ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਬਈ ਰਮਣੀਕ ਕੌਰ ਜੀ। ਕੀ ਹਾਲੇ ਚਾਲੇ ਨੇ? ਠੀਕ ਜੀ ਆ। ਠੀਕ ਆ। ਅੱਛਾ ਏਦਾਂ ਕਰੋ, ਆ ਪਲੱਗ ਫੜੋ। ਹੈ ਆ ਪਲੱਗ ਅੱਛਾ ਇਹਨੂੰ ਉਧਰ ਦਿਓ। ਇਹ ਸ਼ੂਚ ਹਾਂਜੀ ਦੇਤਾ ਤੇ ਇਧਰੋਂ ਆ ਤਾਰ ਫੜੋ। ਹੈ ਹਾਂਜੀ ਝਟਕਾ ਦੇਣਾ ਮੈਨੂੰ? ਓਏ ਹੋਏ ਫੜੋ ਤਾਂ ਸਹੀ। ਅੱਛਾ ਮਤਲਬ ਮੈਂ ਮਰ ਜਾਵਾਂ ਤੁਹਾਡੇ ਸਾਹਮਣੇ? ਓਏ ਹੋਏ ਜੇ ਮਰ ਗਿਆ ਤਾਂ ਵੀ ਪੰਜਾਬੀ ਰੇਡੀਓ USA ਵਾਲਿਆਂ ਦੇ ਸਿਰ ਪੈਣੀ ਆ। ਅੱਛਾ ਮਤਲਬ ਤੁਹਾਡੇ ਸਿਰ ਨਹੀਂ ਪੈਣੀ? ਨੋ ਫੜੋ ਮਾੜੀ ਜੀ ਤਾਰ। ਫੜ ਲਈ। ਇਹ ਆ ਬਟਨ ਨੱਪਿਆ। ਹਾਈ ਕਰੰਟ ਆਇਆ ਬਹੁਤ ਜ਼ਿਆਦਾ। ਓਏ ਹੋਏ ਮਾਰ ਹੀ ਦੇਣਾ ਸੀ, ਕੁੜੀ ਦੀ ਜਾਨ ਲੈਣੀ ਸੀ। ਓਏ ਹੋਏ ਇਹਦਾ ਮਤਲਬ ਯਾਰ ਬਿਜਲੀ ਵਾਲੇ ਚੀਜ਼ਾਂ ਸ਼ੁੱਧ ਹੀ ਬਣਾਉਂਦੇ ਆ। ਆਹੋ ਤੇ ਸ਼ੁੱਧੀ ਹੁੰਦੀਆਂ ਆ। ਹਾਂ ਦੇਖ ਲਾ, ਬਾਕੀ ਚੀਜ਼ਾਂ ਦੇ ਵਿੱਚ ਮਿਲਾਵਟ ਹੋਣ ਲੱਗ ਪਈ ਆ। ਹਾਂ ਬਿਜਲੀ ਦੇ ਵਿੱਚ ਮਿਲਾਵਟ ਨਹੀਂ ਹੁੰਦੀ। ਹਾਂ ਤੇ ਬਿਜਲੀ 'ਚ ਮਿਲਾਵਟ ਕਿਉਂ ਹੋਊਗੀ? ਆਹੀ ਤਾਂ ਰੋਣਾ ਆ ਜੀ, ਬਿਜਲੀ ਦੇ ਵਿੱਚ ਮਿਲਾਵਟ ਨਹੀਂ ਹੁੰਦੀ। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਲਓ ਜੀ, ਬਿਜਲੀ ਮਹਿਕਮਾ ਐਸਾ ਹੈ ਵੀ ਜਿੱਦਾਂ ਕੋਈ ਲੋਕੀ ਇਹਦੀਆਂ ਨੰਗੀਆਂ ਤਾਰਾਂ ਨੂੰ ਹੱਥ ਨਹੀਂ ਨਾ ਪਾਉਂਦੇ, ਹਾਂ ਏਦਾਂ ਹੀ ਇਸ ਮਹਿਕਮੇ ਨੂੰ ਨਹੀਂ ਹੱਥ ਪਾਉਂਦੇ। ਸਿੱਧੂ ਸਾਹਿਬ ਨੇ ਵੀ ਤੇ ਨਹੀਂ ਪਾਇਆ, ਅਗਲਿਆਂ ਨੇ ਦੇਖੋ ਮਿਨਿਸਟਰੀ ਛੱਡਤੀ। ਤੇ ਪਰ ਗੱਲ ਇਹ ਹੈ ਕਿ ਜੇਕਰ ਮਿਨਿਸਟਰੀ ਦੇ ਵਿੱਚ ਰਹਿੰਦੇ ਸ਼ਾਇਦ ਕੁਝ ਕਰ ਹੀ ਜਾਂਦੇ, ਕਰਕੇ ਦਿਖਾ ਦਿੰਦੇ। ਉਧਰੋਂ ਦੇਖ ਲਓ ਕੇਜਰੀਵਾਲ ਸਾਹਿਬ ਦਿੱਲੀੋਂ ਹੀ ਦੌੜੇ ਆਏ। ਮੈਂ ਕਿਹਾ ਜੀ ਆਉਂਦੇ ਸਾਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਨਾ ਟਰਾਂਸਫਾਰਮਰ ਤੇ ਜੋੜ ਜਿਹੜਾ ਆ ਫਿਊਜ਼ ਜਿਹੜਾ ਆ ਉਹ ਬਿਜਲੀ ਦੇ ਬਿੱਲਾਂ ਦਾ ਹੀ ਲਾਇਆ। ਬਿਲਕੁਲ ਜੀ 300 ਯੂਨਿਟ ਫ੍ਰੀ ਬਿਜਲੀ ਦੀ ਗੱਲ ਉਹਨਾਂ ਨੇ ਕੀਤੀ ਹੈ ਔਰ ਕਹਿੰਦੇ ਨੇ ਕਿ ਦੇਸ਼ 'ਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ 'ਚ ਮਿਲਦੀ ਹੈ। ਦਿੱਲੀ ਦੀ ਤਰਜ਼ ਦੇ ਉੱਪਰ ਹੀ, ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਫ੍ਰੀ ਬਿਜਲੀ ਦਿੱਤੀ ਹੈ, ਇੱਥੇ ਵੀ ਫ੍ਰੀ ਬਿਜਲੀ ਦਾ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਪੰਜਾਬ ਦੇ ਸਵਾਲ ਕੁਝ ਹੋਰ ਨੇ। ਪੰਜਾਬ ਦੇ ਵਿੱਚ ਉਹੋ ਜਿਹੀਆਂ ਗੱਲਾਂ ਨਹੀਂ ਚੱਲੀਆਂ ਜੋ ਦਿੱਲੀ ਤੇ ਪੰਜਾਬ ਦੇ ਵਿੱਚ ਫਰਕ ਹੈ। ਉਸ ਫਰਕ ਬਾਰੇ ਗੱਲ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ ਕਹਿੰਦੇ ਨੇ ਕਥਨੀ ਤੇ ਕਰਨੀ ਦੇ ਵਿੱਚ ਬੜਾ ਫਰਕ ਹੁੰਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਆਪਣੇ ਸੁਖਬੀਰ ਬਾਦਲ ਸਾਹਿਬ, ਉਹਨਾਂ ਨੇ ਕਿਹਾ ਸੀ ਕਿ ਅਸੀਂ ਲੈਪਟਾਪ ਵੰਡਾਂਗੇ। ਹਾਂਜੀ ਉਹ ਨਹੀਂ ਆਏ। ਕੈਪਟਨ ਸਾਹਿਬ ਨੇ ਦਾਅਵਾ ਕੀਤਾ ਸੀ ਕਿ ਮੈਂ ਫੋਨ ਦਊਂਗਾ, ਉਹ ਫੋਨ ਚੀਨ ਤੋਂ ਹਾਲੇ ਤੁਰੇ ਨਹੀਂ ਜੀ। ਤੁਹਾਨੂੰ ਲੱਗਦਾ ਵੀ ਇਹ ਵੀ ਵਾਅਦਾ ਪੂਰਾ ਹੋ ਜਾਊਗਾ? ਦੇਖੋ ਨਾਲੇ ਗੱਲ ਇਹ ਹੈ ਕਿ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਜਿਹੜੀ ਆ ਪ੍ਰੋਡਕਸ਼ਨ ਹੁੰਦੀ ਆ ਸਭ ਤੋਂ ਜ਼ਿਆਦਾ। ਜੀ ਮੰਨਦੇ ਇਸ ਗੱਲ ਨੂੰ, ਠੀਕ ਆ। ਪਰ ਜਦੋਂ ਅਸੀਂ ਗੱਲ ਕਰਦੇ ਆ ਸਰਦੀਆਂ ਦੀ, ਜੀ ਸਰਦੀਆਂ ਦੇ ਵਿੱਚ ਅਸੀਂ ਪਹਾੜੀ ਇਲਾਕੇ ਨੂੰ ਬਿਜਲੀ ਵੇਚਦੇ ਵੀ ਆ, ਗਰਮੀਆਂ ਦੇ ਵਿੱਚ ਉਹਨਾਂ ਦੇ ਕੋਲੋਂ ਲੈਨੇ ਵੀ ਆ ਜੀ। ਗਰਮੀਆਂ ਦੇ ਵਿੱਚ ਉਹਨਾਂ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ, ਸਾਡੀ ਖਪਤ ਜ਼ਿਆਦਾ ਹੁੰਦੀ ਆ। ਸਰਦੀਆਂ ਵਿੱਚ ਸਾਡੀ ਖਪਤ ਘੱਟ ਹੁੰਦੀ ਆ, ਉਹਨਾਂ ਨੂੰ ਲੋੜ ਹੁੰਦੀ ਹੈ, ਇਸ ਕਰਕੇ ਇਹ ਆਦਾਨ ਪ੍ਰਦਾਨ ਸਾਡਾ ਚੱਲਦਾ ਜੀ। ਪਰ ਹੁਣ ਗੱਲ ਕਰਦੇ ਆ ਕਿ ਇਹ ਬਿਜਲੀ ਮਹਿਕਮਾ ਜਿਹੜਾ ਆਪ ਵਿਚਾਰਾ ਲੜਖੜਾਇਆ ਪਿਆ ਜੀ, ਇਹ ਜਿਹੜੇ ਸਰਕਾਰ ਦੇ ਆਪਣੇ ਬੰਦ ਪਏ ਥਰਮਲ ਪਲਾਂਟ ਹੈਗੇ ਆ ਉਹਨਾਂ ਨੂੰ ਚਲਾਉਣ ਦੀ ਗੱਲ ਕਰਦੇ ਆ, ਬਿਲਕੁਲ ਉੱਥੇ ਰੁਜ਼ਗਾਰ ਦੀ ਗੱਲ ਕਰਦੇ ਤਾਂ ਚੰਗੇ ਲੱਗਦੇ ਸੀ ਜੀ। ਤੇ ਇੱਥੇ ਆਣ ਕੇ 300 ਯੂਨਿਟ ਬਿਜਲੀ ਮਾਫੀ ਦਾ ਇੱਕ ਵੱਡਾ ਸਾਰਾ ਲੋਲੀਪੌਪ ਜਿਹੜਾ ਲੋਕਾਂ ਨੂੰ ਦਿਖਾ ਲਿਆ। ਲੋਕਾਂ ਦੀਆਂ ਤਾਂ ਅੱਗੇ ਲਾਰਾਂ ਟਪਕ ਜਾਂਦੀਆਂ ਫ੍ਰੀ ਦੇ ਉੱਪਰ, ਠੀਕ ਹੈ ਨਾ। ਇਹ ਤਾਂ ਫ੍ਰੀ ਦੀ ਜ਼ਹਿਰ ਨਹੀਂ ਛੱਡਦੇ। ਤੇ ਜਿਹੜਾ ਹੁਣ 300 ਯੂਨਿਟ ਫ੍ਰੀ ਬਿਜਲੀ ਦਾ ਕਾਰਡ ਖੇਡਿਆ, ਇਹ ਇੰਨੀ ਜਲਦੀ ਕੀ ਸੀ, ਐਡੀ ਕਾਲੀ ਕੀ ਸੀ, ਇਹਨਾਂ ਦੇ ਮਗਰ ਕੌਣ ਪਿਆ? ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਦੇਖਿਆ ਜਾਵੇ ਤੇ ਬਿਜਲੀ ਮਹਿਕਮੇ ਦੀਆਂ ਆਪਣੀਆਂ ਹੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਜੀ, ਔਰ ਇਹਨਾਂ ਪ੍ਰੋਬਲਮਸ ਦੇ ਕਰਕੇ ਇੱਥੇ ਉਹ ਦਾਅਵੇ, ਇੱਥੇ ਉਹ ਵਾਅਦੇ ਪੂਰੇ ਕਰਨਾ ਇੰਨਾ ਸੌਖਾ ਕੰਮ ਨਹੀਂ ਜਿੰਨਾ ਕਿ ਕਿਹਾ ਜਾ ਰਿਹਾ ਹੈ। ਦੇਖੋ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜੋ ਸੱਚਾਈ ਹੈ ਜੀ, ਪੰਜਾਬ ਦੇ ਵਿੱਚ ਖਾਸ ਕਰਕੇ ਜੀ ਸਭ ਤੋਂ ਨੰਬਰ 1 ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਭ੍ਰਿਸ਼ਟ ਮਹਿਕਮਾ ਕਿਹੜਾ ਹੈ? ਪੁਲਿਸ। ਲਓ ਜੀ, ਤੁਸੀਂ ਕਹਿੰਦੇ ਹੋ ਪੁਲਿਸ, ਹਾਂਜੀ, ਪਰ ਅਸਲ ਵਿੱਚ ਸਭ ਤੋਂ ਵੱਧ
ਭ੍ਰਿਸ਼ਟਾਚਾਰ ਬਿਜਲੀ ਮਹਿਕਮੇ ਦੇ ਵਿੱਚ ਪਾਇਆ ਜਾਂਦਾ। ਅੱਛਾ, ਕੁੰਡੀਆਂ ਮੈਂ ਕਿਹਾ ਜੀ ਇੱਥੇ ਇੱਕ ਤਾਂ ਲੋਕ ਵੀ ਲਾਉਂਦੇ ਆ ਤੇ ਕੁੰਡੀ ਲਾਉਣ ਦੇ ਲਈ ਕੁੰਡੀ ਲਵਾਉਣੀ ਪੈਂਦੀ ਉਹਨਾਂ ਨੂੰ, ਔਰ ਉਹ ਕੁੰਡੀ ਜਿਹੜੀ ਆ ਬਿਜਲੀ ਵਾਲੇ ਲਵਾਉਂਦੇ ਆ ਜੀ, ਠੀਕ ਹੈ ਨਾ। ਏਡੇ ਵੱਡੇ ਪੱਧਰ ਤੇ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਬਿਜਲੀ ਦੇ ਵਿੱਚ ਜੀ, ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤਾਂ ਅਸੀਂ ਦੱਸ ਹੀ ਨਹੀਂ ਸਕਦੇ, ਠੀਕ ਹੈ ਨਾ। ਹੁਣ ਗੱਲ ਇਹ ਹੈ ਕਿ ਜਿਸ ਮਹਿਕਮੇ ਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਵੇ ਜੀ, ਉੱਥੋਂ ਤੁਸੀਂ ਚਾਹੁੰਦੇ ਹੋਵੋ ਕਿ ਅਸੀਂ 300 ਯੂਨਿਟ ਹਰ ਘਰ ਨੂੰ ਅਸੀਂ ਬਿਜਲੀ ਦੇ ਦੇਣੀ ਹੈ, ਠੀਕ ਹੈ। ਮੰਨ ਲਓ ਜੇ ਤੁਸੀਂ ਇੱਕ ਘਰ ਵੀ ਗਏ ਤਾਂ ਇਸ ਬਿਆਨ ਤੋਂ ਸਾਨੂੰ ਤੁਹਾਡੀ ਕੋਈ ਸਾਫ਼ ਸੁਥਰੀ ਸੁਹਿਰਦ ਪੰਜਾਬ ਦੇ ਲਈ ਸਿਆਸਤ ਦਾ ਕੋਈ ਅਕਸ ਦਿਖਾਈ ਨਹੀਂ ਦਿੰਦਾ ਜੀ। ਤੁਸੀਂ ਵੀ ਉਸੇ ਹੀ ਰਵਾਇਤੀ ਪਾਰਟੀਆਂ ਦੀ ਲੀਹ ਤੇ ਚੱਲ ਪਏ ਹੋ ਜਿਨ੍ਹਾਂ ਨੇ ਫ੍ਰੀ ਦੇ ਲੋਲੀਪੌਪ ਵੰਡ ਕੇ ਸਿਰਫ ਵੋਟਾਂ ਲਈਆਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੂੰ ਉਧਰ ਦਿੱਲੀ ਦੇ ਵਿੱਚ ਪਹਿਲਾਂ ਸੱਦਿਆ ਗਿਆ ਸੀ ਆਪਸੀ ਕਾਟੋ ਕਲੇਸ਼ ਕਰਕੇ। ਬਿਲਕੁਲ ਜੀ, ਬਿਲਕੁਲ। ਉੱਥੇ ਹਾਈਕਮਾਨ ਨੇ ਇਹ ਕਿਹਾ ਕਿ ਤੁਹਾਡੇ ਪੰਜਾਬ ਦੇ ਵਿੱਚ ਬਿਜਲੀ ਦਾ ਮੁੱਦਾ ਸਭ ਤੋਂ ਵੱਡਾ ਹੈ ਜੀ। ਤੁਸੀਂ ਮਹਿੰਗੀ ਬਿਜਲੀ ਦੇ ਰਹੇ ਹੋ ਲੋਕਾਂ ਨੂੰ, ਠੀਕ ਹੈ ਜੀ। ਉੱਥੋਂ ਜੀ ਉਹਨਾਂ ਨੂੰ ਇੱਕ 18 ਨੁਕਾਤੀ ਪ੍ਰੋਗਰਾਮ ਦੇ ਕੇ ਭੇਜਿਆ ਕਿ ਤੁਸੀਂ ਆਪਣੇ ਸਾਰੇ ਵਾਅਦੇ ਜਿਹੜੇ ਰਹਿੰਦੇ ਸਮੇਂ ਦੇ ਵਿੱਚ ਤੈਅ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਸਾਰੇ ਪੁਗਾ ਦਿਓ ਜੀ। ਕੈਪਟਨ ਅਮਰਿੰਦਰ ਸਿੰਘ ਹੁਣੀ ਐਕਟਿਵ ਮੋਡ ਤੇ ਆ ਗਏ। ਕਿਸੇ ਨਾ ਕਿਸੇ ਤਰ੍ਹਾਂ ਗੱਲ ਬਾਹਰ ਨਿਕਲੀ ਕਿ ਪੰਜਾਬ ਸਰਕਾਰ ਵੱਲੋਂ 200 ਯੂਨਿਟ ਹਰ ਘਰ ਨੂੰ ਬਿਜਲੀ ਫ੍ਰੀ ਦਿੱਤੀ ਜਾਣੀ ਹੈ। ਉਹ ਲੋ ਜੀ, ਇਹੀ ਕੁਝ ਸੋਚ ਕੇ ਬੈਠੇ ਸੀਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਇਹਨਾਂ ਨੂੰ ਫਟਾਫਟ ਐਸੀ ਅਚੋਤਾਣੀ ਜੀ ਲੱਗੀ ਕਿ ਭਾਈ ਦੇਖਿਓ ਕਿਤੇ ਤਾਏ ਦੀ ਧੀ ਨਾ ਪਹਿਲਾਂ ਕਿਤੇ ਚਲੀ ਜਾਵੇ, ਅਸੀਂ ਮਗਰੋਂ ਰਹਿ ਜਾਈਏ। ਪਹਿਲਾਂ ਹੀ ਆਣ ਕੇ ਇਹਨਾਂ ਨੇ 300 ਯੂਨਿਟ ਜਿਹੜੀ ਬਿਜਲੀ ਆ ਉਹਦੀ ਮਾਫੀ ਦਾ ਐਲਾਨ। ਜਦੋਂ ਐਲਾਨ ਕਹਿੰਦੇ ਨਾ ਲੋਕ, ਇਹ ਕਹਿੰਦੇ ਐਲਾਨ ਨਹੀਂ ਜੀ, ਗਰੰਟੀ ਵਾਲੀ ਗੱਲ ਤੋਂ ਯਾਦ ਆਇਆ ਕਿ ਉਹਨਾਂ ਨੇ ਇੰਨੀ ਗੱਲ ਵੀ ਕਹੀ ਹੈ ਕਿ ਕੈਪਟਨ ਦਾ ਵਾਅਦਾ ਨਹੀਂ, ਕੇਜਰੀਵਾਲ ਦੀ ਗਰੰਟੀ ਹੈ। ਮੁਫਤ ਕੋਰ ਕਿਉਂ ਬਣਾ ਰਹੇ? ਦੇਖਿਆ ਜਾਵੇ ਤੇ ਪੰਜਾਬ ਦੀ ਜਨਤਾ ਨੂੰ ਰੋਜ਼ਗਾਰ ਕਿਉਂ ਨਹੀਂ ਦਿੰਦੇ? ਇਹ ਮੁਫਤ ਵਾਲਾ ਕਾਰਡ ਹਰ ਵਾਰੀ ਕਿਉਂ ਖੇਡਿਆ ਜਾਂਦਾ ਹੈ? ਇਸੇ ਬੇਰੋਜ਼ਗਾਰੀ ਦੇ ਸਦਕਾ ਲੋਕੀ ਜਿਹੜੇ ਨੇ ਉਹ ਲੁੱਟਾ ਖੋਹਾਂ 'ਚ ਪੈਂਦੇ ਨੇ, ਉਹ ਗਲਤ ਰਾਹ ਅਪਣਾਉਂਦੇ ਨੇ, ਉਹ ਨਸ਼ਿਆਂ ਦੇ ਵਿੱਚ ਵੀ ਪੈਂਦੇ ਨੇ। ਨਸ਼ਿਆਂ ਦੇ ਮੁੱਦੇ ਦੇ ਵੱਲ ਤਾਂ ਹਾਲੇ ਕੋਈ ਆਇਆ ਹੀ ਨਹੀਂ। ਦੇਖਿਆ ਜਾਵੇ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ ਇਸ ਵੇਲੇ, ਕਿਸਾਨੀ ਨੂੰ ਤੁਸੀਂ ਨਹੀਂ ਵੇਖ ਰਹੇ। ਤੁਸੀਂ ਕਿਸਾਨ ਨੂੰ ਦਿਓ MSP ਦਾ ਭਾਅ, ਉਹ ਕਿਉਂ ਤੁਹਾਡੇ ਕੋ ਬਿਜਲੀ ਦਾ ਕਹੂਗਾ ਹੈ ਨਾ ਵੀ ਬਿੱਲ ਨਾ ਦਿੱਤਾ ਜਾਵੇ ਜਾਂ ਮੈਂ ਨਹੀਂ ਬਿੱਲ ਦੇ ਸਕਦਾ? ਤੁਸੀਂ ਲੋਕਾਂ ਨੂੰ ਇੰਨੇ ਸਮਰੱਥ ਕਿਉਂ ਨਹੀਂ ਬਣਾਉਂਦੇ ਕਿ ਆਪਣੇ ਟੈਕਸ ਪੇ ਕਰ ਸਕਣ? ਬਿਲਕੁਲ, ਬਾਹਰਲੇ ਮੁਲਕਾਂ 'ਚ ਵੀ ਤੇ ਹੁੰਦਾ ਹੀ ਆ। ਇਹ ਜਿਹੜੀ ਗੱਲ ਹੈ ਨਾ ਤੁਹਾਡੀ, ਇਹ ਬੜੀ ਅੱਛੀ ਗੱਲ ਹੈ, ਬੜੀ ਵਜ਼ਨਦਾਰ ਗੱਲ ਹੈ। ਇਹਨਾਂ ਦੀ ਉਮੀਦ ਨਹੀਂ ਸੀ ਕਿ ਇੰਨੀ ਵਧੀਆ ਗੱਲ ਸਾਡੇ ਕਰ ਜੋਗੇ ਤੁਸੀਂ। ਇਹ ਜੀ ਸਾਡੇ ਐਕਸਪਰਟ ਵੱਲੋਂ ਦਿੱਤੇ ਗਏ ਕੁਝ ਸ਼ਬਦ ਨੇ, ਉਹ ਸਾਨੂੰ ਚੇਤੇ ਰਹਿ ਗਏ ਦਿਮਾਗ ਦੇ ਵਿੱਚ। ਹਾਂ, ਕਾਰਨ ਪਤਾ ਕੀ ਹੈ? ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਸਾਨੂੰ ਰਾਜਨੀਤਿਕ ਪਾਰਟੀਆਂ ਨਾ, ਪੰਜਾਬ ਦੀ ਜਨਤਾ ਜੀ ਉਹਨਾਂ ਨੂੰ ਵਰਤਣ ਦਾ ਤਰੀਕਾ ਸਿੱਖ ਗਈਆਂ, ਠੀਕ ਹੈ ਨਾ। ਕੋਈ ਸਮਾਂ ਹੁੰਦਾ ਸੀ ਕਿ ਜਦੋਂ ਕਿਸਾਨ ਨੇ ਮੀਂਹਾਂ ਦੇ ਉੱਪਰ ਹੀ ਉਹਦੀ ਫਸਲ ਵਾੜੀ ਸਾਰੀ ਚੱਲਦੀ ਹੁੰਦੀ ਸੀਗੀ, ਜਾਂ ਖੂਹਾਂ ਦੇ ਉੱਪਰ ਹੁੰਦੀ ਸੀਗੀ, ਨਹਿਰਾਂ ਦੇ ਉੱਪਰ ਹੁੰਦੀ ਸੀਗੀ। ਉਹ ਜਦੋਂ ਮੀਂਹ ਪੈ ਜਾਣੇ ਨਾ, ਖੇਤ ਗਿੱਲਾ ਹੋ ਜਾਣਾ, ਫਿਰ ਉਹਨੇ ਦੇਖਣਾ ਕਿ ਇਹਨੂੰ ਵਾਹਵਾਂ ਕਦੋਂ। ਜਦੋਂ ਕਿਤੇ ਗਿੱਲ ਸੁੱਕ ਜੀ ਹੋ ਜਾਣੀ, ਵੱਤੇ ਆ ਜਾਣਾ ਖੇਤ, ਤੇ ਉਹਨੇ ਕਹਿਣਾ ਹੁਣ ਵੱਤਰਿਆ ਤੇ ਚਲੋ ਹੁਣ ਵਾਹ ਦਿਓ। ਇਹਨਾਂ ਨੂੰ ਸਾਡੀ ਵੱਤ ਆ ਗਈ ਆ। ਜਿਹੜੇ ਲੀਡਰ ਆ ਨਾ, ਇਹ ਸਾਡੀ ਵੱਤ ਜਾਣ ਗਏ ਨੇ। ਹੁਣ ਇਹ ਸਾਨੂੰ ਵਾਹੁਣਾ, ਰਲਾਉਣਾ, ਬੀਜਣਾ ਸਭ ਪੜ ਗਏ ਨੇ। ਇਸੇ ਕਰਕੇ ਹੀ ਇਦਾਂ ਦੇ ਵਾਅਦੇ ਕਰਕੇ ਸਾਡੇ ਨਾਲ ਚਾਲਾਂ ਖੇਡਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਵੋਟਾਂ ਵੇਲੇ ਅਸੀਂ ਆਪਣੇ ਮਨ ਥੋੜ੍ਹਾ ਤਿਆਰ ਕਰੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼।
ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਹੈ। ਅੱਛਾ ਜੋਗੀ ਜੀ, ਮਜ਼ੇਦਾਰ ਗੱਲ ਇਹ ਹੈ, ਇਹ ਸਾਰੇ ਸਿਨੈਰੀਓ ਦੇ ਪਿੱਛੇ ਸੱਚਾਈ ਇਹ ਹੈ ਕਿ ਚੋਣਾਂ ਤੋਂ ਬਾਅਦ ਹੀ ਬਿਜਲੀ ਦੇ ਰੇਟ ਵੱਧ ਜਾਂਦੇ ਨੇ। ਲੋਕਾਂ ਨੂੰ ਮੁਫਤ ਬਿਜਲੀ ਦੀ ਨਹੀਂ, ਸਸਤੀ ਬਿਜਲੀ ਦੀ ਲੋੜ ਹੈ। ਦੇਖਿਆ ਜਾਵੇ ਤੇ ਆਮ ਤੌਰ ਤੇ ਜਿਹੜੇ ਰੇਟ ਨੇ ਇਹ ਹਮੇਸ਼ਾ ਚੋਣਾਂ ਵੇਲੇ ਘਟ ਜਾਂਦੇ ਨੇ, ਬਾਅਦ ਚ ਵੱਧ ਜਾਂਦੇ ਨੇ। ਹੁਣ ਜਦੋਂ ਕਾਂਗਰਸ ਦੇ ਏਜੰਡੇ ਦੇ ਵਿੱਚ ਘਰੇਲੂ ਖਪਤਕਾਰਾਂ ਨੂੰ 200 ਯੂਨਿਟ ਮੁਫਤ ਦਿੱਤੇ ਜਾਣ ਦੀ ਗੱਲ ਸੀਗੀ, ਇਮੀਡੀਏਟਲੀ ਦਾ ਖੇਡ ਲਿਆ ਆਮ ਆਦਮੀ ਪਾਰਟੀ ਨੇ। ਅਸੀਂ ਜੇ ਨਜ਼ਰ ਮਾਰੀਏ ਨਾ ਉੱਪਰਲੀ ਤੇ ਪੰਜਾਬ 'ਚ ਕਰੀਬ 1 ਕਰੋੜ ਕਨੈਕਸ਼ਨ ਨੇ, ਜਿਨ੍ਹਾਂ ਵਿੱਚੋਂ 72 ਲੱਖ ਤਾਂ ਘਰੇਲੂ ਕਨੈਕਸ਼ਨ ਨੇ। ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਯੋਜਨਾ ਨੂੰ ਦੇਖੀਏ ਨਾ ਤੇ 72 ਲੱਖ ਘਰੇਲੂ ਖਪਤਕਾਰਾਂ ਨੂੰ ਮੁਫਤ 300 ਯੂਨਿਟ ਦਿੱਤੇ ਜਾਣ ਦੀ ਸਾਲਾਨਾ 6 ਤੋਂ 7000 ਕਰੋੜ ਦਾ ਖਰਚਾ ਆਵੇਗਾ। ਔਰ ਇਹ ਖਰਚਾ, ਇਹ ਬੋਝ ਕਿਹਦੇ ਤੇ ਪਵੇਗਾ? ਅਲਟੀਮੇਟਲੀ ਖਜ਼ਾਨੇ ਤੇ, ਯਾਨੀ ਖਜ਼ਾਨਾ ਫਿਰ ਤੋਂ ਖਾਲੀ ਕਰਨ ਦੀ ਕਵਾਇਦ ਹੈ। ਦੇਖੋ ਖਜ਼ਾਨਾ ਜਿਹੜਾ ਇਹ ਕਦੇ ਵੀ ਭਰਦੇ ਨਹੀਂ। ਇਹਨਾਂ ਨੇ ਜੇਕਰ ਅਸੀਂ ਗੱਲ ਕੀਤੀ ਜਾਵੇ ਤੇ ਚੁੰਗੀ ਮਾਫੀ ਕੀਤੀ, ਠੀਕ ਹੈ ਨਾ, ਜਿੱਥੋਂ ਤੁਹਾਨੂੰ ਇਨਕਮ ਆਉਣੀ ਸੀ ਉਹ ਤੁਸੀਂ ਬੰਦ ਕਰ ਦਿੱਤੀ। ਜੀ। ਉਸ ਤੋਂ ਬਾਅਦ ਤੁਸੀਂ ਬਿਜਲੀ ਫ੍ਰੀ ਵੀ ਦਿੱਤੀ ਕਿਸਾਨਾਂ ਨੂੰ। ਕਿਸਾਨ ਰੋਂਦੇ ਰਹੇ, ਉਹ ਸਾਨੂੰ ਫ੍ਰੀ ਨਾ ਦਿਓ, ਸਾਨੂੰ ਤੁਸੀਂ 24 ਘੰਟੇ ਦੇ ਦਿਓ। ਠੀਕ ਹੈ ਨਾ। ਇਹ ਲੋਕ ਕਰਦੇ ਕੀ ਨੇ? ਕੰਨ ਸਿੱਧਾ ਨਹੀਂ ਫੜਦੇ, ਇਹ ਘੁਮਾ ਕੇ ਫੜ ਲੈਂਦੇ। ਠੀਕ ਹੈ ਨਾ। ਹੁਣ ਜੇਕਰ ਇਹ 6-7 ਹਜ਼ਾਰ ਕਰੋੜ ਸਾਲ ਦਾ ਇਹ ਫਟਕਾ ਸਹਿਣਗੇ ਤਾਂ ਇਹ ਚਾਹਣਗੇ ਕਿ ਇੱਥੇ ਸਾਨੂੰ 14 ਕਰੋੜ ਦੀ ਇਨਕਮ ਹੋਵੇ। ਉੱਥੇ ਮਹਿੰਗਾਈ ਵਧਣੀ ਹੈ ਜੀ, ਉੱਥੇ ਕੁਝ ਕੁ ਚੀਜ਼ਾਂ ਦੇ ਰੇਟ ਵਧਣੇ ਆ। ਹੋ ਸਕਦਾ 300 ਤੋਂ ਬਾਅਦ ਦੀ ਜਿਹੜੀ ਯੂਨਿਟ ਹੋਵੇ ਉਹਦਾ ਰੇਟ ਇੰਨਾ ਵੱਧ ਜਾਵੇ। ਪੰਮੀ ਬਾਈ ਹੋਰਾਂ ਦੀ ਪਾਰਟੀ ਨੇ ਇੰਨੀ ਗੱਲ ਕਹੀ ਹੈ ਕਿ ਪੰਜਾਬ ਨੂੰ ਭਿਖਾਰੀ ਨਾ ਬਣਾਓ, ਔਰ ਇਹੀ ਗੱਲ ਅਸੀਂ ਵੀ ਕਹਿੰਦੇ ਆ, ਕਿਉਂਕਿ ਦੇਖਿਆ ਜਾਵੇ ਤੇ ਪੰਜਾਬ ਨੂੰ ਇਸ ਵੇਲੇ ਆਪਣੇ ਪੈਰਾਂ ਤੇ ਖੜੇ ਕਰਨ ਦੀ ਲੋੜ ਹੈ, ਨਾ ਕਿ ਇਹੋ ਜਿਹੇ ਲੋਲੀਪੌਪ ਦੇ ਕੇ ਭਰਮਾਉਣ ਦੀ ਲੋੜ ਹੈ। ਤੁਸੀਂ ਕਦੀ ਸਮਾਰਟਫੋਨ ਦੀ ਗੱਲ ਕਰਦੇ ਹੋ, ਤੁਸੀਂ ਕਦੀ ਲੈਪਟਾਪ ਦੀ ਗੱਲ ਕਰਦੇ ਹੋ, ਕਦੀ ਬਿਜਲੀ ਦੇ ਕਰੰਟ ਲਾਉਣ ਦੀ ਗੱਲ ਕਰਦੇ ਹੋ, ਕਦੇ ਇਹ ਵੀ ਕਹਿ ਕਿ ਤੁਹਾਨੂੰ ਘਰ ਘਰ ਰੋਜ਼ਗਾਰ ਦੀ ਯੋਜਨਾ ਜਿਹੜੀ ਸੀਗੀ ਉਹ ਰੋਜ਼ਗਾਰ ਵੀ ਪਤਾ ਲੱਗ ਗਈ ਹੈ ਵੀ ਕਿਹੜੇ ਕਿਹੜੇ ਘਰਾਂ ਨੂੰ ਮਿਲਿਆ। ਬਿਲਕੁਲ ਜੀ। ਦੇਖੋ ਸਾਨੂੰ ਇੱਥੇ ਜਿਹੜੀ ਜ਼ਰੂਰਤ ਆ, ਜਿਹੜੇ ਟੈਂਕੀਆਂ ਤੇ ਚੜੇ ਫਿਰਦੇ ਨੇ ਨਾ, ਪੜ੍ਹੇ ਲਿਖੇ, ਠੀਕ ਹੈ ਨਾ, ਉਹਨਾਂ ਨੂੰ ਟੈਂਕੀਆਂ ਤੋਂ ਬਾਹੋਂ ਫੜ ਕੇ ਉਤਾਰਨ ਦੀ। ਕੋਈ ਪਟਿਆਲੇ ਦੇ ਵਿੱਚ ਧਰਨੇ ਲਾ ਰਿਹਾ ਕੈਪਟਨ ਸਾਹਿਬ ਦੇ ਘਰ ਦੇ ਮੋਹਰੇ, ਕੋਈ ਉੱਥੇ ਸਮਰਾਲ ਕੀ ਉਹਨੂੰ ਕਹਿੰਦੇ ਨੇ ਸੰਗਰੂਰ ਦੇ ਵਿੱਚ ਲਾ ਰਿਹਾ, ਕੋਈ ਕਿਤੇ ਲਾ ਰਿਹਾ, ਕੋਈ ਕਿਤੇ ਲਾ ਰਿਹਾ। ਇਹਨਾਂ ਨੂੰ ਦਿਖਦਾ ਕਿਉਂ ਨਹੀਂ? ਉਹ ਦੇਖੋ ਅਧਿਆਪਕ ਟੈਂਕੀਆਂ ਤੇ ਚੜੇ ਫਿਰਦੇ, ਇਹਨਾਂ ਕਿਸੇ ਵੀ ਪਾਰਟੀ ਨੂੰ ਦੀਦੇ ਨਹੀਂ। ਆਂਗਨਵਾੜੀ ਵਰਕਰਾਂ ਜਿਹੜੀਆਂ ਹੈਗੀਆਂ ਉਹ ਤੁਰੀਆਂ ਫਿਰਦੀਆਂ, ਉਹਨਾਂ ਦੀਆਂ ਚੁੰਨੀਆਂ ਉੜਦੀਆਂ, ਉਹਨਾਂ ਦੀਆਂ ਗੁੱਤਾਂ ਪੁਲਿਸ ਦੇ ਹੱਥ ਆਈਆਂ, ਇਹਨਾਂ ਨੂੰ ਦੀਦੀਆਂ ਨਹੀਂ ਜੀ। ਠੀਕ ਹੈ ਨਾ। ਇਹ ਇੰਨੇ ਲੋਕ ਜ਼ਿਆਦਾ, ਦੇਖੋ ਅਰਵਿੰਦ ਕੇਜਰੀਵਾਲ ਹੁਣਾਂ ਦੀ ਆਪਾਂ ਗੱਲ ਕਰੀਏ, ਅਸੀਂ ਨੇ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਕਰਦੇ, ਅਸੀਂ ਨਹੀਂ ਉਹਨਾਂ ਦੇ ਸ਼ਾਸਨ ਨੂੰ ਮਾੜਾ ਕਹਿੰਦੇ। ਪਰ ਇੱਥੇ ਕੁਝ ਗੱਲਾਂ ਇਹ ਵੀ ਨੇ ਜੋਗੀ ਜੀ ਕਿ ਦਿੱਲੀ ਤੇ ਪੰਜਾਬ ਦੇ ਵਿਚਲਾ ਫਰਕ ਜਿਹੜਾ ਲਓ ਜੀ, ਗੱਲ ਕਰਦੇ ਹਾਂ ਅਸੀਂ ਅੱਜ ਜਿਹੜੀਆਂ ਸਿਆਸੀ ਪਾਰਟੀਆਂ ਨੇ, ਜਿਹੜੀਆਂ ਸਿਆਸੀ ਧਿਰਾਂ ਨੇ, ਸਿਆਸੀ ਜਮਾਤਾਂ ਨੇ, ਉਹ ਸਾਨੂੰ ਸਮਝ ਗਈਆਂ ਨੇ ਕਿ ਅਸੀਂ ਫਰੀ ਦੇ ਉੱਪਰ ਡੁੱਲ ਜਾਂਦੇ ਹਾਂ। ਬਿਲਕੁਲ ਜੀ। ਔਰ ਜੋਗੀ ਜੀ, ਜੇ ਬਿਜਲੀ ਦੀ ਗੱਲ ਕਰੀਏ ਨਾ ਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਦੀ ਗੱਲ ਕੈਪਟਨ ਸਰਕਾਰ ਨੇ ਵੀ ਕੀਤੀ ਸੀ, ਪਰ ਉਹ ਨਹੀਂ ਕੀਤਾ। ਔਰ ਹੁਣ ਦੇਖਿਆ ਜਾਵੇ ਤੇ ਇਹ ਗੱਲ ਪਿਆ ਢੋਲ ਹਰੇਕ ਨੂੰ ਵਜਾਉਣਾ ਪੈਣਾ ਆ। ਦੂਜੀ ਗੱਲ ਇਹ ਆ ਜੋਗੀ ਜੀ ਕਿ ਜੋ ਫਰਕ ਆ ਦਿੱਲੀ ਔਰ ਪੰਜਾਬ ਵਿੱਚ, ਦਿੱਲੀ ਇੱਕ ਸ਼ਹਿਰ ਹੈ, ਪੰਜਾਬ ਪੂਰਾ ਸੂਬਾ ਹੈ। ਪੰਜਾਬ ਦੀ ਜਿਹੜੀ ਜਨਤਾ ਹੈ ਉਹ ਵੀ ਜ਼ਿਆਦਾ ਹੈ, ਪੋਪੂਲੇਸ਼ਨ ਵੀ ਜ਼ਿਆਦਾ ਹੈ, ਉਹਨੂੰ ਸਾਂਭਣਾ, ਉਹਨੂੰ ਕੰਟਰੋਲ ਕਰਨਾ ਵੀ ਔਖਾ ਤੇ ਪੰਜਾਬ ਦੇ ਮੁੱਦੇ ਵੀ ਦਿੱਲੀ ਨਾਲੋਂ ਵੱਖਰੇ ਨੇ। ਬਹੁਤ ਸਾਰੀਆਂ ਚੁਣੌਤੀਆਂ ਨੇ। ਸਭ ਤੋਂ ਵੱਡਾ ਕਿਸਾਨੀ ਮੁੱਦਾ ਹੈ। ਕਿਸਾਨੀ ਮੁੱਦੇ ਤੋਂ ਤੇ ਲੋਕ ਭੱਜ ਰਹੇ ਨੇ, ਉੱਥੇ ਕੋਈ ਖੜ ਕੇ ਬੋਲ ਨਹੀਂ ਰਿਹਾ। ਉਹਨਾਂ ਦੀਆਂ ਸਟੇਜਾਂ ਦੇ ਉੱਪਰ ਵੀ ਨਹੀਂ ਇਹ ਲੋਕ ਜਾ ਪਾ ਰਹੇ ਔਰ ਨਾ ਹੀ ਉਹਨਾਂ ਦੇ ਹੱਕ ਦੀ ਗੱਲ ਕਰ ਪਾ ਰਹੇ ਨੇ। ਔਰ ਜੇ ਇਹੋ ਜਿਹੇ ਲੋਲੀਪੌਪ ਦੇ ਕੇ ਕਰਨਾ ਕੁਛ ਨਹੀਂ, ਉਹਦੇ ਨਾਲ ਗੱਲ ਨਹੀਂ ਬਣਨੀ। ਦੇਖੋ ਤੁਹਾਡੀ ਫ੍ਰੀ 300 ਯੂਨਿਟ ਜਿਹੜੀ ਹੈ ਉਹ ਤੁਹਾਡੀ ਜਿਹੜੀ ਹੈ ਨਾ, ਜਿਹੜਾ 117 ਹਲਕਿਆਂ ਦੇ ਵਿੱਚ ਤੁਹਾਡੀ ਹਵਾ ਜਿਹੜੀ ਹੈ ਜੀ ਉਹ ਬਣਾ ਨਹੀਂ ਸਕਦੀ। ਠੀਕ ਹੈ ਨਾ। ਅੱਜ ਲੋਕ ਸਭ ਜਾਣ ਗਏ ਨੇ, ਅੱਜ ਲੋਕ ਸਭ ਸਮਝਦੇ ਨੇ ਜੀ। ਠੀਕ ਆ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਕੋਲ 6-7 ਮਹੀਨੇ ਹੈਗੇ ਆ ਜੀ। ਜੇਕਰ ਉਹ ਚਾਹਣ ਤੇ ਇਸ ਨੂੰ ਭਾਵੇਂ 300 ਦੀ ਜਗ੍ਹਾ 200 ਯੂਨਿਟ ਉਹ ਇੱਕ ਵਾਰੀ ਟਰਾਈ ਕਰ ਸਕਦੇ ਨੇ। ਠੀਕ ਹੈ। ਉਹ ਕਿਉਂਕਿ ਇਸ ਵੇਲੇ ਮੌਜੂਦਾ ਨੇ ਜੀ। ਠੀਕ ਹੈ ਨਾ। ਪਰ ਚੱਕਰ ਇਹ ਹੈ ਕਿ
ਅਸੀਂ ਇਸ ਗੱਲ ਤੇ ਸਵਾਲ ਕਰਦੇ ਆਂ ਕਿ ਤੁਸੀਂ ਸਾਨੂੰ ਫਰੀ ਕਦੇ ਆਟਾ ਫਰੀ, ਦਾਲਾਂ ਫਰੀ, ਬਿਜਲੀ ਫਰੀ, ਬੱਸ ਦਾ ਸਫ਼ਰ ਫਰੀ, ਟ੍ਰੇਨਾਂ ਦਾ ਸਫ਼ਰ ਫਰੀ ਹੈ, ਤੁਸੀਂ ਸਾਰਾ ਕੁਝ ਸਾਨੂੰ ਫਰੀ ਕਰ ਦਿੱਤਾ। ਲੈ ਨਜ਼ਰੀਆ ਤੇ ਜਿਸ ਤਰ੍ਹਾਂ ਹੀ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਉਸ ਤੋਂ ਬਾਅਦ ਚੌਤਰਫਾ ਉਹਨਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਔਰ ਗੱਲ ਇਹ ਹੈ ਕਿ ਉਧਰ ਕਾਂਗਰਸ ਵਾਲੇ ਜਿਹੜੇ ਆ ਉਹ ਵੀ ਨਸਾਂ ਚੜਾਈ ਫਿਰਦੇ ਆ ਕਿ ਭਾਈ ਸਾਡੇ ਕੱਛ ਚੋਂ ਬਟੇਰਾ ਤੁਸੀਂ ਕੱਢ ਕੇ ਲੈ ਗਏ। ਬਿਲਕੁਲ। ਤੇ ਸੁਖਬੀਰ ਸਿੰਘ ਬਾਦਲ ਹੁਣੀ ਜਿਹੜੇ ਹੈਗੇ ਆ ਉਹ ਵੀ ਕਹਿੰਦੇ ਆ ਕਿ ਕਿਤੇ 300 ਯੂਨਿਟ ਵਾਲਾ ਸਾਨੂੰ ਨਾ ਕਰੰਟ ਲੱਗ ਜਵੇ। ਉਹ ਕਹਿੰਦੇ ਵੀ ਉਹ ਹੁੰਦੇ ਕੌਣ ਆ? ਵੀ ਇਹਦਾ ਵਾਅਦੇ ਕਰਨ ਵਾਲੇ ਉਹ ਕੌਣ ਹੁੰਦੇ? ਹਾਂ, ਵੀ ਉਹ ਆਪਣੇ ਦਿੱਲੀ ਵਾਲੇ ਨਾਲ ਆਪਣੇ ਵਾਅਦੇ ਪੂਰੇ ਕਰਨ, ਵੀ ਇੱਥੇ ਨਾ ਕਰਨ। ਗੱਲ ਇਹ ਹੈ ਕਿ ਇਸ ਵੇਲੇ ਜੇਕਰ ਦੇਖਿਆ ਜਾਵੇ ਜੀ ਆਪਣਾ ਇੱਕ ਬਹੁਤ ਵੱਡਾ ਦਾ ਜਿਹੜੇ ਆ ਨਾ ਅਰਵਿੰਦ ਕੇਜਰੀਵਾਲ ਹੁਣੀ ਖੇਡ ਗਏ ਆ। ਬਿਜਲੀ ਮਾਫੀ ਦਾ ਜਿਹੜਾ 300 ਯੂਨਿਟ ਦਾ, ਉਹ ਨਾਲ ਕਹਿੰਦੇ ਜਿਹੜੇ ਪੁਰਾਣੇ ਬਿੱਲ ਪਏ ਨੇ ਉਹ ਮਾਫ ਕਰ ਦਿਆਂਗੇ ਜਿਨ੍ਹਾਂ ਦੇ ਗਲਤ ਆਏ ਆ। ਤੇ ਦੂਸਰਾ, ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਾਊਗੀ। ਉਹ ਭਾਵੇਂ 2-4 ਸਾਲ ਤੁਹਾਨੂੰ ਲੱਗ ਜਾਣ, ਪਰ ਦਵਾਂਗੇ ਜ਼ਰੂਰ। ਭਾਵੇਂ ਜਾਂਦੀ ਸਰਕਾਰ ਦੇ ਦੇਵੇ। ਖੈਰ ਜਾਂਦੀ ਦੀ ਗੱਲ ਉਹਨਾਂ ਨੇ ਕੀਤੀ ਆ, ਪਰ ਹਾਲੇ ਆਉਂਦੀ ਜਿਹੜੀ ਹੈ ਉਹਦਾ ਪਤਾ ਲੱਗਣਾ, ਕਿਉਂਕਿ ਇਸ ਵੇਲੇ ਓਡਾ ਰੁਝਾਨ NRI ਦੇ ਵਿੱਚ ਹੈ ਨਹੀਂ ਹੈਗਾ ਜਿੱਡਾ ਪਹਿਲਾਂ ਸੀ। ਔਰ ਇਸ ਵੇਲੇ NRI ਵੀ ਟੁੱਟੇ ਬੈਠੇ ਨੇ ਤੇ ਚੁੱਪ ਬੈਠੇ ਨੇ। ਦੂਸਰਾ, ਇਹਨਾਂ ਨੂੰ ਕੋਈ ਆਗੂ ਵੀ ਨਹੀਂ ਲੱਭ ਰਿਹਾ, ਨਹੀਂ ਕੋਈ ਸੀਐਮ ਫੇਸ ਵੀ ਨਹੀਂ ਹੈ। ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਲੱਭਾ ਇਹਨਾਂ ਨੂੰ, ਤਾਂ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਐਸਾ ਬੈਂਡ ਵਜਾਤਾ, ਐਸਾ ਰੌਲਾ ਪਾਤਾ ਕਿ ਇਸ ਤੋਂ ਵਧੀਆ ਸਾਡੇ ਕੋਲ ਕੋਈ ਹੋਰ ਆਗੂ ਹੈ ਨਹੀਂ ਜੀ। ਉਹਦੇ ਨਾਲ ਭਾਵੇਂ ਥੋੜਾ ਜਿਹਾ ਭਗਵੰਤ ਮਾਨ ਦਾ ਚਿਹਰਾ ਵੀ ਉਤਰਿਆ ਹੋਵੇ ਕਿ ਖੋਰੇ ਮੇਰੇ ਲਿਆ ਕੇ ਸਿਰ ਤੇ ਬਿਠਾ ਦੇਣਾ। ਭਾਈ ਜੇਕਰ ਪਾਰਟੀ ਚਲਾਉਣੀ ਆ ਤੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਕਰਨੇ ਪੈਣਗੇ, ਆਗੂ ਵੀ ਲਿਆਉਣੇ ਪੈਣਗੇ, ਪਰ ਇਹ ਨਹੀਂ ਕਿ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਚੱਕ ਕੇ ਲਿਆਵੋ। ਸਾਫ਼ ਅਕਸ ਦੇ ਹੁਣ ਇਹਨਾਂ ਨੂੰ ਮੋਚੀ ਕਿਉਂ ਨਹੀਂ ਦਿਸੇ, ਹੁਣ ਇਹਨਾਂ ਨੂੰ ਆਟੋ ਡਰਾਈਵਰ ਕਿਉਂ ਨਹੀਂ ਦਿਸੇ, ਹੁਣ ਇਹਨਾਂ ਨੂੰ ਚਾਹ ਵਾਲੇ ਕਿਉਂ ਨਹੀਂ ਦਿਸੇ, ਹੁਣ ਇਹਨਾਂ ਨੂੰ ਮਜ਼ਦੂਰ ਦੇ ਬੇਟੇ ਕਿਉਂ ਨਹੀਂ ਦਿਸੇ, ਹੁਣ ਇਹ ਕਿਉਂ ਵੱਡੇ ਅਫਸਰ, ਵੱਡੇ ਲੀਡਰ ਲਿਆ ਰਹੇ ਨੇ ਆਪਣੀ ਪਾਰਟੀ ਦੇ ਵਿੱਚ? ਕਾਰਨ ਰਵਾਇਤੀ ਪਾਰਟੀਆਂ ਦੀ ਲਾਈਨ ਦੇ ਵਿੱਚ ਲੱਗ ਕੇ ਖੜੀ ਹੋ ਗਈ ਆਮ ਆਦਮੀ ਪਾਰਟੀ। ਹੁਣ ਤੀਸਰੀ ਧਿਰ ਬਣਦੀ ਹੈ ਜਾਂ ਨਹੀਂ ਬਣਦੀ, ਤੇ ਜਾਂ ਫਿਰ ਇਹ ਪੰਜਾਬ ਦੇ ਵਿੱਚ ਸਰਕਾਰ ਬਣਾ ਸਕਦੀ ਹੈ ਜਾਂ ਨਹੀਂ ਬਣਾ ਸਕਦੀ, ਇਹ ਬਾਅਦ ਦੀਆਂ ਗੱਲਾਂ ਨੇ। ਪਰ ਇਸ ਵੇਲੇ ਪੂਰੇ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਅੱਜ ਅਸੀਂ ਤੁਹਾਨੂੰ ਸਾਰਿਆਂ ਨੂੰ ਬਿਜਲੀ ਦਾ ਝਟਕਾ ਲਾਇਆ, ਉਹ ਵੀ ਪੂਰੇ 300 ਯੂਨਿਟ ਦਾ। ਹਾਂ, 300 ਯੂਨਿਟ ਦਾ ਤੁਹਾਨੂੰ ਉਹਨਾਂ ਨੇ ਦੇਣਾ ਲੋਲੀਪੌਪ। ਹਾਂ, ਉਸ ਤੋਂ ਬਾਅਦ ਇਹ ਤਾਂ ਉਹ ਗੱਲ ਹੋ ਗਈ, ਸਮੋਸੇ ਲੈ ਜਾਓ ਜੀ ਮੇਰੇ ਕੋਲੋਂ ਫ੍ਰੀ। ਹਾਂਜੀ, ਤੇ ਚਟਨੀ ਦੇ ਲੱਗਣਗੇ ਪੈਸੇ। ਸਹੀ ਹੈ। ਤੁਹਾਡੇ ਦੇਖੋ ਕੱਲ ਨੂੰ ਬਿਜਲੀ ਮਾਫੀ ਹੋ ਗਈ, ਤੁਹਾਡੇ ਨਵੇਂ ਕਨੈਕਸ਼ਨਾਂ ਦੇ ਰੇਟ ਵੱਧ ਜਾਣ, ਤੁਹਾਡੀਆਂ ਯੂਨਿਟਾਂ ਮਹਿੰਗੀਆਂ ਹੋ ਜਾਣ। ਥਰਮਲ ਪਲਾਂਟ ਤੇ ਚਲਾ ਲਓ ਪਹਿਲਾਂ ਬੰਦ ਪਏ। ਹਾਂ, ਸਾਨੂੰ ਜਿਹੜੀਆਂ ਚੀਜ਼ਾਂ ਦੇ ਉੱਪਰ ਕੰਮ ਕਰਨਾ ਚਾਹੀਦਾ ਸੀਗਾ, ਪਹਿਲਾਂ ਬਿਜਲੀ 24 ਘੰਟੇ ਕਰੋ, ਠੀਕ ਹੈ ਨਾ। ਕਿਤੇ ਕੋਈ ਦਰਖਤ ਦਾ ਇੱਕ ਅੱਧਾ ਪੱਤਾ ਹਿੱਲ ਜਵੇ, ਤੁਹਾਨੂੰ ਵਕਤ ਪੈ ਜਾਂਦਾ, ਤੁਸੀਂ ਬਿਜਲੀ ਬੰਦ ਕਰਕੇ ਬਹਿ ਜਾਂਦੇ ਆ। ਹੋਰ ਕੀ ਨੇਰੀ ਬਾਅਦ ਚ ਆਉਂਦੀ ਹੈ। ਕਿਤੇ ਮੀਂਹ ਪੈਂਦਾ ਹੋਵੇ, ਤੁਸੀਂ ਬਿਜਲੀ ਪਹਿਲਾਂ ਬੰਦ ਕਰਕੇ ਬਹਿ ਜਾਂਦੇ। ਇਹਨਾਂ ਕੋ ਨਾ ਇੰਜੀਨੀਅਰ ਨਾ ਲਾਈਨਮੈਨ, ਕੋਈ ਉੱਥੇ ਅਮਲਾ ਫੈਲਾ ਹੈ ਨਹੀਂਗਾ। ਔਰ ਨਾ ਹੀ ਇਹਨਾਂ ਨੇ ਇਹ ਸੋਚਿਆ ਵੀ ਅਸੀਂ ਉਹਨੂੰ ਕਿਤੇ ਫਲਾ ਲਈਏ, ਉਹਨੂੰ ਕਿਤੇ ਰਿਕਰੂਟ ਕਰ ਲਈਏ, ਕਿਤੇ ਨੌਕਰੀ ਦੇ ਦਈਏ। ਉਧਰਲੇ ਪਾਸੇ ਤੇ ਕਿਸੇ ਦਾ ਧਿਆਨ ਹੀ ਨਹੀਂ ਹੈ। ਲੋਕਾਂ ਨੂੰ ਬਿਜਲੀ ਫ੍ਰੀ ਦੇ ਦੇਣੀ ਆ। ਇਹ ਤਾਂ ਉਹੀ ਗੱਲ ਹੋ ਗਈ ਵੀ ਮੁੰਗੇਰੀ ਲਾਲ ਕੇ ਹਸੀਨ ਸੁਪਨੇ, ਆਂਦਾ ਜਾਂਦਾ ਕੁਛ ਵੀ ਨਹੀਂ, ਪਤਾ ਥੋ ਕੁਛ ਵੀ ਨਹੀਂ, ਅਗੇ ਪਤਾ ਨਾ ਥੋ ਤੇ ਲੈ ਦੀ ਪਾਪਾ ਉਹ। ਹਾਂ, ਗੱਲ ਵਿੱਚ ਹਾਈ ਆ ਕਿ ਕਹਿੰਦੇ ਨੇ ਹੁਣ ਇਸ ਵੇਲੇ ਇਹ ਐਵੇਂ ਖਾਮ ਖਾ ਦੇ ਇੱਧਰ ਉੱਧਰ ਦੀਆਂ ਗੱਲਾਂ ਦੇ ਨਾਲ ਇਹ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਨੂੰ ਲੋਕਾਂ ਨੇ, ਪੰਜਾਬੀਆਂ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ। ਇਹਨਾਂ ਨੂੰ ਵਿਰੋਧੀ ਧਿਰ ਦਾ ਲੀਡਰ ਬਣਾ ਕੇ ਬਿਠਾਇਆ ਸੀ, ਪਰ ਇਹਨਾਂ ਨੇ ਵਾਚ ਡੌਗ ਵਾਲੀ ਨੌਕਰੀ ਨਹੀਂ ਕੀਤੀ। ਇਹ ਉਹ ਜੌਬ ਨਹੀਂ ਕਰ ਸਕੇ। ਇਹ ਹਰ ਫਰੰਟ ਤੇ ਫੇਲ ਹੋ ਗਏ, ਆਪਣੇ ਅੰਦਰ ਹੀ ਲੜਦੇ ਰਹੇ। ਇਹਨਾਂ ਦੇ ਪਹਿਲਾਂ ਜ਼ਿਕਰ ਦੇਖਿਆ ਜਾਵੇ, ਇਹ 5 ਸਾਲਾਂ ਦੇ ਵਿੱਚ ਪਹਿਲਾਂ ਆਪਣੇ HS ਫੂਲਕਾ ਸਾਹਿਬ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ, ਫਿਰ ਹਰਪਾਲ ਸਿੰਘ ਚੀਮਾ। ਠੀਕ ਹੈ ਜੀ, ਚੀਮਾ ਸਾਹਿਬ ਵੀ ਹੁਣ ਜ਼ਿਆਦਾ ਸਮਾਂ ਤਾਂ ਕੱਢ ਗਏ ਨੇ ਮਜਬੂਰੀ ਦੇ ਵਿੱਚ, ਕਿਉਂਕਿ
ਉਹ ਉਹਨਾਂ ਨੂੰ ਰੱਖਣਾ ਹੀ ਪੈਣਾ ਸੀ। ਜੇਕਰ 4 ਬਦਲ ਲੈਂਦੇ, ਇਹਨਾਂ ਨੇ ਕਹਿਣਾ ਸੀ ਵੀ ਸਾਲ ਬਾਅਦ ਤਾਂ ਇਹ ਆਪਣੇ ਸਾਨੂੰ ਤੇ ਗੱਲ ਇਹ ਹੈ ਕਿ ਭਾਈ ਪਹਿਲਾਂ ਤੇ ਬਿਜਲੀ ਮਹਿਕਮੇ ਨੂੰ ਚੁਸਤ ਦਰੁਸਤ ਕਰਨ ਦੀ ਗੱਲ ਆ ਹਰ ਇੱਕ ਮਹਿਕਮੇ ਨੂੰ, ਕੱਲਾ ਉਹਨੂੰ ਨਹੀਂ। ਦੇਖੋ ਤੁਸੀਂ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਤੇ ਲਾ ਦਿੱਤਾ, ਉਹਨਾਂ ਨੂੰ ਕੱਢਿਆ ਨਹੀਂ, ਉਲਟਾ ਤੁਸੀਂ ਕਹਿਤਾ ਤੁਹਾਨੂੰ ਇੱਕ ਹੋਰ ਨਸ਼ਾ ਦਵਾਂਗੇ ਜੀ, ਸਮਾਰਟਫੋਨ ਦਾ। ਹਾਂ, ਇਹ ਕੈਪਟਨ ਸਾਹਿਬ ਦੀ ਗੱਲ ਬਿਲਕੁਲ। ਜੇ ਅਸੀਂ ਗੱਲ ਕਰੀਏ ਉਸ ਤੋਂ ਪਿਛਲੀਆਂ ਸਰਕਾਰਾਂ ਦੀ, 10 ਸਾਲ ਉਹਨਾਂ ਨੇ ਵੀ ਰਾਜ ਕੀਤਾ, ਉਸ ਤੋਂ ਪਹਿਲਾਂ ਵੀ ਰਾਜ ਕੀਤਾ, ਉਦੋਂ ਉਹਨਾਂ ਨੇ ਕਿਹੜੇ ਚਾਨਣੇ ਚੜਾ ਦਿੱਤੇ। ਜੋ ਗਰਾਊਂਡ ਲੈਵਲ ਤੇ ਪੰਜਾਬ ਦੀਆਂ ਲੋੜਾਂ ਨੇ, ਜੋ ਪੰਜਾਬ ਦੇ ਕੰਮ ਨੇ, ਜੋ ਪੰਜਾਬ ਦੀ ਅਸਲ ਲੋੜ ਆ, ਜੋ ਪੰਜਾਬ ਨੂੰ ਚਾਹੀਦਾ ਹੈ, ਉਹਦੇ ਵੱਲ ਧਿਆਨ ਕਿਸੇ ਦਾ ਨਹੀਂ, ਸਭ ਦੀ ਨਜ਼ਰ ਬਣੀ ਹੋਈ ਹੈ ਮੁੱਖ ਮੰਤਰੀ ਦੀ ਉਸ ਕੁਰਸੀ ਦੇ ਉੱਪਰ। ਦੇਖੋ ਹੁਣ ਦੌੜ ਇਹਨਾਂ ਦੀ ਕੁਰਸੀ ਨੂੰ ਲੱਗੀ ਹੋਈ ਹੈ ਜੀ। ਕਦੇ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਅਸੀਂ ਜਿੱਤਣ ਨਹੀਂ ਆਏ, ਅਸੀਂ ਐਮਐਲਏ ਬਣ ਨਹੀਂ ਆਏ, ਅਸੀਂ ਐਮਪੀ ਬਣ ਨਹੀਂ ਆਏ, ਸਾਡੀ ਲੜਾਈ ਹੈ ਸਿਰਫ ਤੇ ਸਿਰਫ ਤਬਦੀਲੀ ਦੀ। ਇਹ ਤਬਦੀਲੀ ਕੁਛ ਨਹੀਂ ਲਿਆ ਸਕਦੇ। ਤਬਦੀਲੀਆਂ ਹੋਈਆਂ, ਬਹੁਤ ਹੋਈਆਂ ਤਬਦੀਲੀਆਂ, ਕੀਤੀਆਂ, ਕਿੰਨੀਆਂ ਕੀਤੀਆਂ ਉਹਨਾਂ ਨੇ। ਕਿਹੜੀਆਂ? ਲੈ ਹੱਦ ਹੋ ਗਈ ਤੁਹਾਡੇ ਵਾਲੀ ਜੋਗੀ ਜੀ, ਆਪੇ ਤੇ ਦੱਸਿਆ ਸੀ ਹੁਣੇ, ਐਚਐਸ ਫੂਲਕਾ ਸਾਹਿਬ, ਫਿਰ ਸੁਖਪਾਲ ਖਹਿਰਾ, ਤਬਦੀਲੀਆਂ ਹੀ ਨੇ। ਇਹ ਇੱਕ ਤਾਂ ਬੰਦੇ ਇਹਨਾਂ ਨੂੰ ਸਾਂਭਣੇ ਨਹੀਂ ਆਉਂਦੇ, ਠੀਕ ਆ ਨਾ, ਆਪਣੇ ਘਰ ਦੇ ਵਿੱਚ ਏਕਾ ਨਹੀਂ ਰੱਖ ਸਕੇ। ਜਿਹੜੇ ਆਪਣੇ ਘਰ ਦੇ ਵਿੱਚ ਏਕਾ ਨਹੀਂ ਰੱਖ ਸਕੇ, ਉਹ ਦੂਸਰੇ ਜਦੋਂ ਮੁੱਖ ਮੰਤਰੀ ਬਣ ਗਏ, ਉਦੋਂ ਤੇ ਲਾਲਸਾਵਾਂ ਬਹੁਤ ਬਦਲੀਆਂ, ਉਦੋਂ ਤੇ ਇਹਨਾਂ ਨੂੰ ਸੰਭਾਲ ਹੀ ਨਹੀਂ ਹੋਣਾ ਫਿਰ ਤਾਂ ਕੰਮ, ਠੀਕ ਹੈ ਨਾ। ਜੇਕਰ ਇਹ ਆਪੋ ਵਿੱਚ ਹੀ ਇਹਨਾਂ ਦਾ ਕਾਟੋ ਕਲੇਸ਼ ਪੈਂਦਾ ਰਿਹਾ ਤਾਂ ਫਿਰ ਪੰਜਾਬ ਕਿੱਥੇ ਜਾਊਗਾ। ਹੁਣ ਪੰਜਾਬੀਆਂ ਨੇ ਸੋਚਣਾ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਸੰਭਾਲ ਨਹੀਂ ਸਕੀ, ਉਹ ਸਾਨੂੰ ਕੀ ਸੰਭਾਲੇਗੀ। ਬਾਕੀ ਪੰਜਾਬੀਆਂ ਨੇ ਸੋਚ ਸਮਝ ਕੇ ਫੈਸਲਾ ਕਰਨਾ ਹੈ। ਦੇਖੋ ਸਾਨੂੰ ਲੋੜ ਹੈ ਚੰਗੀਆਂ ਸਿਹਤ ਸਹੂਲਤਾਂ ਦੀ, ਚੰਗੀ ਐਜੂਕੇਸ਼ਨ ਦੀ, ਚੰਗੀ ਟਰਾਂਸਪੋਰਟੇਸ਼ਨ ਦੀ, ਚੰਗੇ ਇਨਫਰਾਸਟ੍ਰਕਚਰ ਦੀ। ਸਾਨੂੰ ਚੰਗੀਆਂ ਚੀਜ਼ਾਂ ਮਿਲਣੀਆਂ ਚਾਹੀਦੀਆਂ। ਅਸੀਂ ਜੇਕਰ ਮੰਨ ਲਓ ਪੈਸੇ ਖਰਚ ਕੇ ਕੋਈ ਚੀਜ਼ ਲੈਨੇ ਆ, ਸਾਨੂੰ ਸਹੀ ਚੁਸਤ ਦਰੁਸਤ ਮਿਲਣੀ ਚਾਹੀਦੀ ਹੈ। ਬਸ ਭਾਵੇਂ ਸਾਡੇ ਕੋਲ ਰੁਪਈਆ 2 ਰੁਪਈਏ ਕੋਈ ਵਾਧੂ ਲੈ ਲਵੇ, ਕੋਈ ਗੱਲ ਨਹੀਂ, ਪਰ ਸਾਨੂੰ ਚੀਜ਼ ਮਿਲਣੀ ਚਾਹੀਦੀ ਹੈ। ਬਿਲਕੁਲ ਜੀ। ਔਰ ਇਸੇ ਗੱਲ ਦੇ ਨਾਲ ਹੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ, ਕਿਉਂਕਿ ਹੁਣ ਇਹਨੇ ਆਪਣੇ ਘਰ ਫੋਨ ਕਰਕੇ ਕਹਿਣਾ ਹੈ ਕਿ ਬੀਬੀ ਅੱਜ ਬਿਜਲੀ ਆਉਣੀ ਨਹੀਂ, ਤੂੰ ਬਿਜਲੀ ਦੇ ਨੰਗੀਆਂ ਤਾਰਾਂ ਤੇ ਗਿੱਲੇ ਕੱਪੜੇ ਸੁੱਕਣੇ ਪਾ ਦੇ। ਬਿਲਕੁਲ ਜੀ। ਤੇ ਬਾਏ ਬਾਏ ਕਹਿ ਦਿਆ ਹੁਣ। ਬਿਲਕੁਲ ਜੀ, ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੇਰੇ ਰਮਨੀਕ ਨੂੰ। ਤੇ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।